ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਲਿਖੀਆਂ ਕਹਾਣੀਆਂ, ਘਟਨਾਵਾਂ ਤੇ ਵੇਰਵੇ। ਪਹਿਲੀ ਘਟਨਾ। ਹਰਿਮੰਦਰ ਸਾਹਿਬ ਦੇ ਸਰੋਵਰ ਦੀ ਪਹਿਲੀ ਕਾਰ ਸੇਵਾ 1923 ਵਿੱਚ ਉਦੋਂ ਹੋਈ ਸੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਜ਼ੋਰਾਂ 'ਤੇ ਸੀ। ਜਦੋਂ ਕਾਰ ਸੇਵਾ ਚੱਲ ਰਹੀ ਸੀ ਤਾਂ ਭਾਰਤ ਦੇ ਕਈ ਹਿੱਸਿਆਂ ਵਿੱਚੋਂ ਕਾਰ ਸੇਵਾ ਲਈ ਜਥੇ ਪਹੁੰਚੇ ਸਨ। ਉਸ ਸਮੇਂ ਅੰਮ੍ਰਿਤਸਰ ਦਾ ਇੱਕ ਮੁਸਲਮਾਨ ਕਵੀ 25-30 ਪਤਵੰਤੇ ਮੁਸਲਮਾਨ ਸਾਥੀਆਂ ਨੂੰ ਨਾਲ ਲੈ ਕੇ ਕਾਰ ਸੇਵਾ ਲਈ ਪਹੁੰਚਿਆ ਸੀ। ਸਿੱਖਾਂ ਨੇ ਬੜੀ ਆਓ ਭਗਤ ਕੀਤੀ। ਮੁਸਲਮਾਨਾਂ ਨੇ ਅਜੇ 2-2 ਤਸਲਿਆਂ ਦੀ ਹੀ ਸੇਵਾ ਕੀਤੀ ਸੀ ਕਿ ਸਿੱਖ ਸੱਜਣਾਂ ਨੇ ਅੱਗੇ ਹੋ ਕੇ ਮੁਸਲਮਾਨ ਭਰਾਵਾਂ ਦੇ ਹੱਥ ਫੜ ਲਏ ਤੇ ਕਿਹਾ ਕਿ ਤੁਹਾਡੇ ਭਾਈਚਾਰਕ ਪਿਆਰ ਤੇ ਸਹਿਯੋਗ ਦੇ ਜਜ਼ਬੇ ਨੇ ਸਾਡਾ ਦਿਲ ਮੋਹ ਲਏ ਹਨ। ਤੁਸੀਂ ਸਾਨੂੰ ਬੇਮੁੱਲ ਖਰੀਦ ਲਿਆ ਹੈ। ਤੁਹਾਡੀ ਨਮਾਜ਼ ਦਾ ਵੇੜਾ ਹੋ ਗਿਆ। ਅੱਜ ਤੁਸੀਂ ਇੱਥੇ ਹਰਿਮੰਦਰ ਦੇ ਅੰਦਰ ਹੀ ਨਮਾਜ਼ ਅਦਾ ਕਰ ਲਓ ਤੇ ਸਾਡੇ ਵੱਲੋਂ ਜਲ ਪਾਣੀ ਦੀ ਸੇਵਾ ਕਬੂਲ ਕਰੋ। ਉਸ ਵੇਲੇ ਬੜਾ ਅਦਭੁਤ ਦ੍ਰਿਸ਼ ਬਣਿਆ ਹੋਇਆ ਸੀ, ਕਿਉਂਕਿ ਹਰਿਮੰਦਰ ਵਿੱਚ ਨਮਾਜ਼ ਅਦਾ ਹੋ ਰਹੀ ਸੀ ਤੇ ਮਸਜਿਦ ਵਿੱਚੋਂ ਕੀਰਤਨ ਦੀ ਆਵਾਜ਼ ਆ ਰਹੀ ਸੀ। ਅਗਲੀ ਘਟਨਾ। ਪਾਕਿਸਤਾਨ ਦਾ ਪ੍ਰਸਿੱਧ ਆਗੂ ਜ਼ੁਲਫਕਾਰ ਅਲੀ ਭੁੱਟੋ ਹਸਨਾ ਨਾਂ ਦੀ ਇੱਕ ਪਠਾਣੀ ਨਾਲ ਇਸ਼ਕ ਕਰਦਾ ਸੀ, ਜਿਸ ਨੂੰ ਭੁੱਟੋ ਆਪਣੇ ਦੋਸਤ ਦੀ ਕਾਰ ਵਿੱਚ ਮਿਲਿਆ ਕਰਦਾ ਸੀ। ਹਸਨਾ ਨੇ ਭੁੱਟੋ ਨੂੰ ਕਿਹਾ, ਮੇਰੇ ਨਾਲ ਨਿਕਾਹ ਕਰਾਓ। ਭੁੱਟੋ ਨੇ ਕਿਹਾ, ਨਿਕਾਹ ਮੈਂ ਕਰਵਾ ਨਹੀਂ ਸਕਦਾ। ਵਿਰੋਧੀ ਪਾਰਟੀਆਂ ਤੇਰੇ ਨਾਲ ਇਸ਼ਕ ਨੂੰ ਉਛਾਲਣਗੀਆਂ। ਅੱਲਾ ਦੀਆਂ ਨਜ਼ਰਾਂ 'ਚ ਮੈਂ ਤੈਨੂੰ ਆਪਣੀ ਬੀਵੀ ਕਬੂਲ ਕਰਦਾ ਹਾਂ। ਇਹ ਗੱਲ ਭੁੱਟੋ ਨੇ ਹਸਨਾ ਦੇ ਕੁਰਾਨ 'ਤੇ ਲਿਖ ਦਿੱਤੀ। ਕੁਝ ਚਿਰ ਮਗਰੋਂ ਭੁੱਟੋ ਘਬਰਾ ਗਿਆ ਕਿ ਇਹ ਕੁਰਾਨ ਦੁਸ਼ਮਣਾਂ ਦੇ ਹੱਥ ਲੱਗ ਜਾਏਗਾ ਤੇ ਅਜਿਹਾ ਹੋਣ ਨਾਲ ਉਹਦੀ ਬੜੀ ਭੰਡੀ ਹੋਏਗੀ। ਭੁੱਟੋ ਨੇ ਚੋਰੀ ਦਾ ਇੰਤਜ਼ਾਮ ਕੀਤਾ। ਹਸਨਾ ਦੇ ਘਰ ਚੋਰੀ ਹੋਈ, ਕੇਵਲ ਕੁਰਾਨ ਚੋਰੀ ਹੋਇਆ। ਹਸਨਾ ਦੇ ਘਰ ਬਾਕੀ ਸਭ ਕੁਝ ਜਿਵੇਂ ਸੀ ਉਵੇਂ ਹੀ ਪਿਆ ਰਿਹਾ। ਅਗਲੀ ਕਹਾਣੀ। ਇੱਕ ਵਾਰੀ ਇੱਕ ਛੋਟੇ ਜਿਹੇ ਬੱਚੇ ਨੇ ਵੱਡਿਆਂ ਨਾਲ ਦੌੜ ਕੇ ਰੇਸ ਜਿੱਤ ਲਈ ਸੀ। ਇਨਾਮ ਮਿਲਿਆ। ਮਗਰੋਂ ਪੱਤਰਕਾਰਾਂ ਨੇ ਪੁੱਛਿਆ, ਦੌੜ ਕਿਵੇਂ ਜਿੱਤੀ? ਉਸਨੇ ਕਿਹਾ, ਮੈਂ ਜਾਣਦਾ ਸੀ ਕਿ ਬਾਕੀ ਸਾਰੇ ਵੱਡੇ ਹਨ ਤੇ ਮੈਂ ਉਹਨਾਂ ਸਾਰਿਆਂ ਨਾਲੋਂ ਛੋਟਾ ਸੀ। ਮੇਰੀਆਂ ਲੱਤਾਂ ਛੋਟੀਆਂ ਸਨ। ਮੈਂ ਆਪਣੇ ਅਧਿਆਪਕਾਂ ਤੋਂ ਸੁਣਿਆ ਸੀ ਕਿ ਪਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਹੈ। ਮੈਂ ਅਰਦਾਸ ਕੀਤੀ, ਰੱਬ ਜੀ ਤੁਸੀਂ ਮੇਰੀਆਂ ਲੱਤਾਂ ਚੁੱਕਦੇ ਜਾਣਾ, ਮੈਂ ਰੱਖਦਾ ਜਾਵਾਂਗਾ। ਸੱਜਾ ਪੈਰ ਮੈਂ ਚੱਲਾਂਗਾ, ਖੱਬਾ ਤੁਸੀਂ ਚੱਲਣਾ। ਮੈਂ ਰੱਬ ਨੂੰ ਹਾਰਨ ਥੋੜ੍ਹਾ ਹੀ ਦੇਣਾ ਸੀ। ਇਹ ਅੱਧਾ ਇਨਾਮ ਮੇਰਾ ਹੈ ਤੇ ਅੱਧਾ ਰੱਬ ਦਾ ਹੈ। ਅਗਲਾ ਵੇਰਵਾ। ਸਾਡੇ ਜ਼ਮਾਨੇ ਦਾ ਵਿਰੋਧਾਭਾਸ ਇਹ ਹੈ ਕਿ ਸਾਡੀਆਂ ਇਮਾਰਤਾਂ ਉੱਚੀਆਂ ਹੋ ਗਈਆਂ ਹਨ, ਸਾਡੇ ਇਰਾਦੇ ਨੀਵੇਂ ਹੋ ਗਏ ਹਨ, ਸਾਡੀਆਂ ਸੜਕਾਂ ਚੌੜੀਆਂ ਹੋ ਗਈਆਂ ਹਨ, ਸਾਡੀਆਂ ਸੋਚਾਂ ਸੌੜੀਆਂ ਹੋ ਗਈਆਂ ਹਨ। ਅਸੀਂ ਖਰੀਦਦੇ ਵਧੇਰੇ ਹਾਂ, ਵਰਤਦੇ ਘੱਟ ਹਾਂ। ਸਾਡੇ ਮਕਾਨ ਵੱਡੇ ਹੋ ਗਏ ਹਨ, ਪਰਿਵਾਰ ਛੋਟੇ ਹੋ ਰਹੇ ਹਨ। ਸਹੂਲਤਾਂ ਸਾਰੀਆਂ ਹੋ ਗਈਆਂ ਹਨ, ਇਹਨਾਂ ਨੂੰ ਮਾਣਨ ਦਾ ਸਮਾਂ ਘੱਟ ਗਿਆ। ਡਿਗਰੀਆਂ ਵੱਧ ਗਈਆਂ ਹਨ, ਅਕਲ ਘੱਟ ਗਈ ਹੈ। ਗਿਆਨ ਵਧੇਰੇ ਹੋ ਗਿਆ ਪਰ ਸੋਚ ਘੱਟ ਗਈ ਹੈ। ਵਿਸ਼ੇਸ਼ੱਗ ਵੱਧ ਰਹੇ ਹਨ ਪਰ ਸਮੱਸਿਆ ਕੋਈ ਹੱਲ ਨਹੀਂ ਹੋ ਰਹੀ। ਦਵਾਈਆਂ ਵੱਧ ਗਈਆਂ ਹਨ, ਤੰਦਰੁਸਤੀ ਗੁਆਚ ਗਈ ਹੈ। ਮਾਲ ਅਸਬਾਬ ਵੱਧ ਰਿਹਾ ਹੈ, ਕਦਰਾਂ ਕੀਮਤਾਂ ਘੱਟ ਰਹੀਆਂ ਹਨ। ਅਸੀਂ ਬੋਲਦੇ ਵਧੇਰੇ ਹਾਂ, ਸੁਣਦੇ ਘੱਟ ਹਾਂ। ਗੱਲਾਂ ਪਿਆਰ ਕਰਨ ਦੀਆਂ ਕਰਦੇ ਹਾਂ ਪਰ ਵਿਹਾਰ ਨਫ਼ਰਤ ਕਰਨ ਵਾਲਾ ਕਰਦੇ ਹਾਂ। ਅਸੀਂ ਚੰਨ 'ਤੇ ਅੱਪੜ ਗਏ ਹਾਂ ਪਰ ਗੁਆਂਢੀ ਨੂੰ ਮਿਲਣਾ ਭੁੱਲ ਗਏ ਹਾਂ। ਅਸੀਂ ਪੁਲਾੜ ਜਿੱਤ ਲਿਆ ਪਰ ਅੰਦਰੋਂ ਹਾਰ ਗਏ ਹਾਂ। ਅਸੀਂ ਐਟਮ ਨੂੰ ਤੋੜ ਲਿਆ ਪਰ ਪੱਖਪਾਤ ਨਹੀਂ ਟੁੱਟੇ। ਸਾਡੀਆਂ ਅਰਦਾਸਾਂ ਵੱਧ ਗਈਆਂ ਹਨ ਪਰ ਸ਼ਰਧਾ ਘੱਟ ਗਈ ਹੈ। ਗਿਣਤੀ ਹਰ ਚੀਜ਼ ਦੀ ਵੱਧ ਗਈ ਹੈ, ਗੁਣ ਹਰ ਚੀਜ਼ ਦੇ ਘੱਟ ਗਏ ਹਨ। ਕੱਦ ਲੰਮੇ ਹੁੰਦੇ ਜਾ ਰਹੇ ਹਨ। ਚਰਿੱਤਰ ਹਰ ਕਿਸੇ ਦਾ ਸੁੰਗੜਦਾ ਜਾ ਰਿਹਾ ਹੈ। ਬਟੂਏ ਭਰੇ ਪਏ ਹਨ, ਰਿਸ਼ਤੇ ਖੋਖਲੇ ਹੋ ਗਏ ਹਨ। ਸੰਸਾਰ ਵਿੱਚ ਸ਼ਾਂਤੀ ਲਈ ਜਲੂਸ ਕੱਢਦੇ ਹਾਂ, ਘਰ ਅੰਦਰ ਨਿੱਤ ਲੜਦੇ ਹਾਂ। ਮਕਾਨ ਬੜੇ ਪੱਕੇ ਬਣਨ ਲੱਗ ਪਏ ਹਨ, ਰਿਸ਼ਤੇ ਨਿੱਤ ਦਿਨ ਟੁੱਟ ਰਹੇ ਹਨ। ਕੱਪੜੇ ਵੱਧ ਗਏ ਹਨ ਪਰ ਰਿਵਾਜ਼ ਨੰਗੇਜ਼ ਵਾਲਾ ਹੋ ਗਿਆ ਹੈ। ਅਸੀਂ ਗੱਲਾਂ ਸੇਵਾ ਦੀਆਂ ਕਰਦੇ ਹਾਂ, ਸੋਚਦੇ ਲੁੱਟਣ ਬਾਰੇ ਹਾਂ। ਹੁਣ ਅਸੀਂ ਕਸਮਾਂ ਵਧੇਰੇ ਖਾਂਦੇ ਹਾਂ, ਸੱਚ ਕਦੇ ਬੋਲਦੇ ਹੀ ਨਹੀਂ। ਅਗਲੀ ਘਟਨਾ। ਈਸਾਈ ਧਰਮ 'ਚ
ਸ਼ਰਾਬ ਦੇ ਉਹੀ ਅਰਥ ਹਨ ਜੋ ਭਾਰਤੀ ਧਰਮਾਂ 'ਚ ਅੰਮ੍ਰਿਤ ਦੇ ਹਨ। ਬਾਈਬਲ 'ਚ ਇੱਕ ਕਥਾ ਹੈ ਕਿ ਈਸਾ ਨੇ ਖੂਹ 'ਚ ਵੇਖਿਆ ਤੇ ਉਸ ਖੂਹ ਦਾ ਪਾਣੀ ਸ਼ਰਾਬ ਬਣ ਗਿਆ। ਇੱਕ ਸਕੂਲ 'ਚ ਬੱਚਿਆਂ ਨੂੰ ਉਹਨਾਂ ਦਾ ਸੋਚਣ ਪੱਧਰ ਜਾਣਨ ਲਈ ਪੁੱਛਿਆ ਗਿਆ ਕਿ ਪਾਣੀ ਸ਼ਰਾਬ ਕਿਵੇਂ ਬਣ ਗਿਆ। ਹਰੇਕ ਬੱਚੇ ਨੇ ਆਪਣੇ ਢੰਗ ਨਾਲ ਉੱਤਰ ਦਿੱਤਾ। ਕਿਸੇ ਨੇ ਕਿਹਾ ਇਹ ਕਰਾਮਾਤ ਸੀ, ਕਿਸੇ ਨੇ ਲਿਖਿਆ ਈਸਾ ਵਿੱਚ ਸਭ ਕੁਝ ਕਰਨ ਦੀ ਸ਼ਕਤੀ ਸੀ, ਕਿਸੇ ਨੇ ਦੱਸਿਆ ਪਾਣੀ ਦਾ ਕਾਇਆ ਕਲਪ ਹੋ ਗਿਆ ਸੀ। ਜਿਸ ਛੋਟੀ ਲੜਕੀ ਦਾ ਉੱਤਰ ਸਾਰਿਆਂ ਨੂੰ ਪਸੰਦ ਆਇਆ ਤੇ ਜਿਹਨੂੰ ਸਰਬਸੰਮਤੀ ਨਾਲ ਪਹਿਲਾ ਇਨਾਮ ਮਿਲਿਆ, ਉਹਨੇ ਲਿਖਿਆ ਸੀ, ਜਦੋਂ ਈਸਾ ਨੇ ਝੁੱਕ ਕੇ ਪਿਆਰ ਨਾਲ ਖੂਹ 'ਚ ਵੇਖਿਆ ਤਾਂ ਆਪਣੇ ਮਹਿਬੂਬ ਨੂੰ ਵੇਖ ਕੇ ਖੂਹ ਦਾ ਪਾਣੀ ਸ਼ਰਮ ਹਿਆ ਨਾਲ ਲਾਲ ਸੂਹਾ ਹੋ ਗਿਆ। ਅਗਲੀ ਘਟਨਾ। ਪਾਣੀਪਤ ਦੀ ਪਹਿਲੀ ਲੜਾਈ 'ਚ ਬਾਬਰ ਦੀਆਂ ਫੌਜਾਂ ਨਿਰੰਤਰ ਸਫਲ ਹੋ ਰਹੀਆਂ ਸਨ, ਜਦੋਂ ਕਿ ਭਾਰਤੀ ਹਾਕਮ ਤੇ ਜਰਨੈਲ ਹਮਲਾ ਕਰਨ ਲਈ ਜੋਤਸ਼ੀਆਂ ਤੋਂ ਸ਼ੁਭ ਮਹੂਰਤ ਕਢਵਾ ਰਹੇ ਸਨ। ਜੋਤਸ਼ੀਆਂ ਨੇ ਮੋੜਵਾਂ ਹਮਲਾ ਕਰਨ ਲਈ 3 ਦਿਨ ਮਗਰੋਂ ਦਾ ਮਹੂਰਤ ਕੱਢਿਆ ਤੇ ਇਹਨਾਂ 3 ਦਿਨਾਂ 'ਚ ਬਾਬਰ ਦੀ ਫੌਜ ਨੇ ਭਾਰਤੀਆਂ ਨੂੰ ਨਿੰਬੂਆਂ ਵਾਂਗ ਨਿਚੋੜ ਕੇ ਰੱਖ ਦਿੱਤਾ ਤੇ ਭਾਰਤ ਦਾ ਇਤਿਹਾਸ ਬਦਲ ਦਿੱਤਾ। ਅਗਲੀ ਕਹਾਣੀ। ਗਾਂਧੀ ਜੀ ਇੱਕ ਵਾਰ ਇੱਕ ਪਿੰਡ 'ਚ ਠਹਿਰੇ ਹੋਏ ਸਨ। ਗਾਂਧੀ ਜੀ ਨੇ ਸ਼ੇਵ ਕਰਵਾਉਣ ਲਈ ਨਾਈ ਨੂੰ ਬੁਲਾ ਭੇਜਿਆ। ਨਾਈ ਕਿਧਰੇ ਗਿਆ ਹੋਇਆ ਸੀ, ਸੋ ਨੈਣ ਆਈ, ਜਿਹੜੀ ਸਰੀਰ ਦੀ ਭਾਰੀ ਸੀ ਤੇ ਗਹਿਣਿਆਂ ਨਾਲ ਲੱਦੀ ਹੋਈ ਸੀ। ਸ਼ੇਵ ਕਰਵਾਉਣ ਉਪਰੰਤ ਗਾਂਧੀ ਜੀ ਪੁੱਛਣ ਦਾ ਲਾਲਚ ਤਿਆਗ ਨਾ ਸਕੇ। ਉਹਨਾਂ ਨੇ ਨੈਣ ਨੂੰ ਪੁੱਛਿਆ, ਇੰਨੇ ਵਧੇਰੇ ਗਹਿਣੇ ਕਿਉਂ ਪਹਿਨੇ ਹੋਏ ਹਨ? ਗਹਿਣਿਆਂ ਦਾ ਇਸ ਕਿਸਮ ਦਾ ਦਿਖਾਵਾ ਚੰਗਾ ਨਹੀਂ। ਨੈਣ ਨੇ ਦੱਸਿਆ ਕਿ ਗਹਿਣੇ ਮੰਗਵੇਂ ਹਨ ਤੇ ਮੰਗ ਕੇ ਪਾਏ ਹੋਏ ਹਨ। ਗਾਂਧੀ ਜੀ, ਮੈਂ ਤੁਹਾਡੇ ਅੱਗੇ ਸਾਦੇ ਪਹਿਰਾਵੇ 'ਚ ਨਹੀਂ ਆ ਸਕਦੀ ਸੀ। ਇਹ ਗਹਿਣੇ ਪਹਿਨਣ ਮਗਰੋਂ ਹੀ ਮੇਰੇ 'ਚ ਤੁਹਾਡੇ ਸਾਹਮਣੇ ਆਉਣ ਦਾ ਹੌਸਲਾ ਪੈਦਾ ਹੋਇਆ ਸੀ। ਨਾਇਣ ਨੂੰ ਗਾਂਧੀ ਜੀ ਤੋਂ ਜੋ ਮਜ਼ਦੂਰੀ ਮਿਲੀ, ਉਹਨੇ ਗਾਂਧੀ ਜੀ ਦੇ ਪੈਰਾਂ 'ਚ ਰੱਖ ਦਿੱਤਾ। ਇਹ ਭੁਚਾਲ ਪੀੜਤਾਂ ਲਈ ਗਾਂਧੀ ਜੀ ਵੱਲੋਂ ਇਕੱਠੇ ਕੀਤੇ ਜਾ ਰਹੇ ਫੰਡ ਲਈ ਉਸ ਨਾਇਣ ਦਾ ਯੋਗਦਾਨ ਸੀ। ਅਗਲੀ ਘਟਨਾ। ਐਡੀਸਨ ਦੀ ਪ੍ਰਯੋਗਸ਼ਾਲਾ ਨੂੰ ਅੱਗ ਲੱਗ ਗਈ ਸੀ। ਸਭ ਕੁਝ ਅੱਗ 'ਚ ਸੜ ਰਿਹਾ ਸੀ। ਐਡੀਸਨ ਬਲਦੀ ਅੱਗ ਵੇਖ ਰਿਹਾ ਸੀ। ਲੱਭਦਾ ਲੱਭਦਾ ਉਹਦਾ ਪੁੱਤਰ ਚਾਰਲਸ ਉੱਥੇ ਆਇਆ। ਐਡੀਸਨ ਨੇ ਕਿਹਾ, ਤੇਰੀ ਮਾਂ ਕਿੱਥੇ ਹੈ? ਉਹਨੂੰ ਇੱਥੇ ਲੈ ਕੇ ਆ। ਸਾਰੀ ਉਮਰ ਉਹਨੂੰ ਇੰਨੀ ਮਹਿੰਗੀ ਅੱਗ ਦਾ ਨਜ਼ਾਰਾ ਵੇਖਣ ਨੂੰ ਫੇਰ ਨਹੀਂ ਮਿਲਣਾ। ਅਗਲੀ ਸਵੇਰ ਨੂੰ 67 ਸਾਲ ਦਾ ਐਡੀਸਨ ਕਹਿ ਰਿਹਾ ਸੀ, ਬਰਬਾਦੀ ਦਾ ਵੀ ਬੜਾ ਲਾਭ ਹੁੰਦਾ ਹੈ। ਇਸ ਅੱਗ 'ਚ ਮੇਰੀਆਂ ਸਾਰੀਆਂ ਗਲਤੀਆਂ ਸੜ ਗਈਆਂ ਹਨ। ਹੁਣ ਅਸੀਂ ਮੁੱਢੋਂ ਸੁੱਢੋਂ ਸ਼ੁਰੂ ਕਰਾਂਗੇ। ਗਲਤੀਆਂ ਵੀ ਨਵੀਆਂ ਹੋਣਗੀਆਂ ਤੇ ਕਾਢਾਂ ਵੀ ਨਵੀਆਂ ਹੋਣਗੀਆਂ। ਅਗਲੀ ਘਟਨਾ। ਪਹਿਲਾਂ ਟਾਟਾ ਕੰਪਨੀ 'ਚ ਇਸਤਰੀਆਂ ਨੂੰ ਭਰਤੀ ਨਹੀਂ ਕੀਤਾ ਜਾਂਦਾ ਸੀ, ਕਿਉਂਕਿ ਵਿਆਹ ਹੋ ਜਾਣ 'ਤੇ ਉਹ ਨੌਕਰੀ ਛੱਡ ਜਾਂਦੀਆਂ ਸਨ। ਇੱਕ ਵਾਰੀ ਕੰਪਨੀ ਨੇ ਕਰਮਚਾਰੀਆਂ ਦੀ ਭਰਤੀ ਲਈ ਇਸ਼ਤਿਹਾਰ ਛਪਵਾਇਆ, ਜਿਸ 'ਚ ਲਿਖਿਆ ਗਿਆ ਸੀ ਕਿ ਇਸਤਰੀਆਂ ਦੇ ਬਿਨੇ ਪੱਤਰ ਸਵੀਕਾਰ ਨਹੀਂ ਕੀਤੇ ਜਾਣਗੇ। ਇੱਕ ਇਸਤਰੀ ਨੇ ਟਾਟਾ ਕੰਪਨੀ ਦੇ ਮੁਖੀ ਰਤਨ ਟਾਟਾ ਨੂੰ ਇੱਕ ਚਿੱਠੀ ਲਿਖੀ ਤੇ ਰੋਸ ਪ੍ਰਗਟਾਇਆ ਕਿ ਟਾਟਾ ਕੰਪਨੀ ਇਸਤਰੀਆਂ ਬਾਰੇ ਐਵੇਂ ਕਿਉਂ ਸੋਚਦੀ ਹੈ। ਸਾਨੂੰ ਇਸਤਰੀਆਂ ਨੂੰ ਕੰਪਨੀ 'ਚ ਇਸ ਲਈ ਨਹੀਂ ਰੱਖਿਆ ਜਾਂਦਾ ਕਿ ਅਸੀਂ ਪਤੀਆਂ ਨਾਲ ਰਹਿਣ ਵਾਸਤੇ ਨੌਕਰੀ ਛੱਡ ਦਿੰਦੀਆਂ ਹਾਂ। ਨਾਲ ਹੀ ਉਹਨੇ ਪੁੱਛਿਆ ਕਿ ਕੀ ਪੁਰਸ਼ ਨੌਕਰੀ ਛੱਡ ਕੇ ਨਹੀਂ ਜਾਂਦੇ? ਉਹ ਵੀ ਤਾਂ ਵੱਧ ਤਨਖਾਹ ਜਾਂ ਤਰੱਕੀ ਮਿਲਣ 'ਤੇ ਨੌਕਰੀ ਛੱਡ ਜਾਂਦੇ ਹਨ। ਨਾਲ ਹੀ ਲਿਖਿਆ, ਮੈਂ ਵਾਅਦਾ ਕਰਦੀ ਹਾਂ ਕਿ ਦੂਜੇ ਸ਼ਹਿਰ ਵਿਆਹ ਉਪਰੰਤ ਪਤੀ ਨਾਲ ਰਹਿਣ ਲਈ ਤਾਂ ਮੈਂ ਨੌਕਰੀ ਛੱਡ ਕੇ ਚਲੀ ਜਾਵਾਂਗੀ, ਪਰ ਕਿਧਰੇ ਹੋਰ ਵੱਧ ਤਨਖਾਹ ਮਿਲਣ 'ਤੇ ਬਿਲਕੁਲ ਨਹੀਂ ਜਾਵਾਂਗੀ। ਉਸ ਇਸਤਰੀ ਨੂੰ ਰਤਨ ਟਾਟਾ ਨੇ ਆਪ ਚਿੱਠੀ ਲਿਖ ਕੇ ਬੁਲਾਇਆ ਤੇ ਉਹਨੂੰ ਨਿਯੁਕਤ ਕਰਕੇ ਟਾਟਾ ਕੰਪਨੀ ਦੇ ਦਰਵਾਜ਼ੇ ਇਸਤਰੀਆਂ ਲਈ ਖੋਲ੍ਹ ਦਿੱਤੇ। ਅਗਲੀ ਘਟਨਾ। ਹਸਪਤਾਲ ਵਿੱਚ ਜਿੱਥੇ ਸੜਗਿਆਂ ਦਾ ਇਲਾਜ ਹੁੰਦਾ ਸੀ, ਉੱਥੇ ਨਰਕ ਦਾ ਦ੍ਰਿਸ਼ ਹੁੰਦਾ ਸੀ। ਮੇਰਾ ਇੱਕ ਮਿੱਤਰ ਜਲ ਗਿਆ ਤੇ ਝੁਲਸ ਗਿਆਂ ਦਾ ਇਲਾਜ ਕਰਨ ਵਾਲੇ ਡਾਕਟਰ ਸਨ। ਇੱਕ ਵਾਰੀ 4 ਸਾਲ ਦੇ ਸੜ ਗਏ ਇੱਕ ਬੱਚੇ ਨੂੰ, ਜਿਹਦੇ ਜ਼ਖਮ ਚੋ ਰਹੇ ਸਨ, ਉਹਦੀ ਮਾਂ ਨੂੰ ਹੌਸਲਾ ਦੇਣ ਲਈ ਉਹਨਾਂ ਨੇ ਬੱਚੇ ਨੂੰ ਚੁੱਕਿਆ ਹੋਇਆ ਸੀ, ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕਿਧਰੇ ਮਾਂ ਸਦਮੇ ਨਾਲ ਹੀ ਨਾ ਮਰ ਜਾਏ। ਉਹਨਾਂ ਨੇ ਮਗਰੋਂ ਕਿਹਾ, ਇਸ ਵਾਰਡ 'ਚ ਜ਼ਿੰਦਗੀ ਮੌਤ ਦੀ ਲੜਾਈ ਲੜੀ ਜਾਂਦੀ ਹੈ। ਜਦੋਂ ਕੋਈ ਇਸ ਵਾਰਡ ਦੇ ਰੋਗੀਆਂ ਨੂੰ ਵੇਖ ਲੈਂਦਾ ਹੈ,
ਉਹਨੂੰ ਧਰਤੀ ਦੀਆਂ ਸਾਰੀਆਂ ਸਮੱਸਿਆਵਾਂ ਬੜੀਆਂ ਨਿੱਕੀਆਂ ਤੇ ਸਾਰੇ ਦੁੱਖ ਬੜੇ ਛੋਟੇ ਲੱਗਦੇ ਹਨ। ਅਗਲੀ ਕਹਾਣੀ। ਸਮੁੰਦਰ ਵਿੱਚ ਤੂਫਾਨ ਕਾਰਨ ਜਹਾਜ਼ ਡੱਕੋ ਡੋਲੇ ਖਾ ਰਿਹਾ ਸੀ। ਸਾਰੇ ਮੁਸਾਫਰ ਘਬਰਾ ਗਏ ਸਨ ਤੇ ਭਾਂਤ-ਭਾਂਤ ਦਾ ਸ਼ੋਰ ਮਚਾ ਰਹੇ ਸਨ। ਹਰ ਕਿਸੇ ਨੂੰ ਆਪਣਾ ਮਹੱਤਵ ਜਾਗ ਪਿਆ ਸੀ। ਕਿਸੇ ਨੂੰ ਆਪਣਾ ਵਪਾਰ ਯਾਦ ਆਇਆ, ਕਿਸੇ ਨੂੰ ਪਰਿਵਾਰ। ਸਾਰਿਆਂ ਨੇ ਇੱਕ ਬਜ਼ੁਰਗ ਮੁਸਾਫਰ ਨੂੰ ਪੁੱਛਿਆ, ਕੀ ਕਰੀਏ? ਬਜ਼ੁਰਗ ਨੇ ਉਹਨਾਂ ਦੇ ਤੌਖਲੇ ਤੇ ਭੈ ਨੂੰ ਭਾਂਪ ਕੇ ਉੱਚੀ ਆਵਾਜ਼ 'ਚ ਕਿਹਾ, ਘਬਰਾਉਣਾ ਨਹੀਂ, ਹੌਸਲਾ ਰੱਖੋ। ਜਹਾਜ਼ ਦੇ ਕਪਤਾਨ ਤੇ ਭਰੋਸਾ ਰੱਖੋ। ਇਹ ਜਹਾਜ਼ ਡੁੱਬੇਗਾ ਨਹੀਂ। ਸਾਰਿਆਂ ਦਾ ਅੰਦਰਲਾ ਸ਼ੋਰ ਸ਼ਾਂਤ ਹੋ ਗਿਆ ਸੀ। ਬਜ਼ੁਰਗ ਨੇ ਕਿਹਾ, ਕਪਤਾਨ ਦਾ ਹੌਸਲਾ ਵਧਾਉਣ ਲਈ ਅਸੀਂ ਰਲ ਕੇ ਗਾਵਾਂਗੇ। ਗਾਉਣ ਨਾਲ ਸਾਰਿਆਂ ਨੂੰ ਆਪਣੀ ਸਾਂਝੀ ਸ਼ਕਤੀ ਦੇ ਅਹਿਸਾਸ ਨਾਲ ਬਲ ਮਿਲਿਆ। ਕਪਤਾਨ ਦਾ ਵੀ ਹੌਸਲਾ ਵਧਿਆ। ਉਹ ਇਕਾਗਰ-ਚਿੱਤ ਹੋ ਕੇ ਨਿਰਣੇ ਲੈਣ ਲੱਗਿਆ। ਤੂਫਾਨ ਘਟ ਗਿਆ। ਜਹਾਜ਼ ਬਚ ਗਿਆ। ਯਾਤਰੀ ਖਿੜ ਗਏ। ਬਾਬਾ ਜੀ ਦੇ ਪੈਰੀਂ ਪੈ ਗਏ। ਤੁਹਾਡੀ ਕਿਰਪਾ ਨਾਲ ਹੀ ਅਸੀਂ ਬਚੇ ਹਾਂ। ਬਾਬਾ ਜੀ ਨੇ ਕਿਹਾ, ਮੈਂ ਤਾਂ ਤੁਹਾਡੇ ਵਾਂਗ ਹੀ ਇੱਕ ਮੁਸਾਫਰ ਹਾਂ। ਮੈਂ ਤਾਂ ਆਪ ਡਰਿਆ ਹੋਇਆ ਸੀ। ਆਪਣਾ ਡਰ ਲੁਕਾਉਣ ਵਾਸਤੇ ਮੈਂ ਉੱਚੀ ਆਵਾਜ਼ 'ਚ ਤੁਹਾਨੂੰ ਮੁਖਾਤਿਬ ਹੋਇਆ। ਅਸੀਂ ਜਹਾਜ਼ ਦੇ ਬਚਣ ਨਾਲ ਹੀ ਬਚ ਸਕਦੇ ਸੀ। ਸੋ ਜਹਾਜ਼ ਨੂੰ ਬਚਾਉਣਾ ਸਾਡਾ ਉਦੇਸ਼ ਬਣ ਗਿਆ ਸੀ। ਸਾਡੇ ਸਾਰਿਆਂ ਦੀ ਸਾਂਝੀ ਆਵਾਜ਼ ਵਿੱਚ ਤੂਫਾਨ ਦੀ ਡਰਾਉਣੀ ਆਵਾਜ਼ ਦਬ ਗਈ ਸੀ, ਜਿਸ ਨਾਲ ਕਪਤਾਨ ਦਾ ਮਨੋਬਲ ਵਧਿਆ ਤੇ ਸਾਡੇ 'ਚ ਬਚ ਜਾਣ ਦਾ ਹੌਸਲਾ ਜਾਗ ਪਿਆ। ਮੈਂ ਪੂਰੇ ਵਿਸ਼ਵਾਸ ਨਾਲ ਕਿਹਾ ਸੀ ਕਿ ਜਹਾਜ਼ ਡੁੱਬੇਗਾ ਨਹੀਂ। ਅਸੀਂ ਸਵੈ ਵਿਸ਼ਵਾਸ ਨਾਲ ਜਹਾਜ਼ ਨੂੰ ਬਚਾ ਲਿਆ ਹੈ। ਮੈਂ ਜਾਣਦਾ ਸੀ ਕਿ ਜੇ ਜਹਾਜ਼ ਡੁੱਬ ਗਿਆ ਤਾਂ ਮੈਨੂੰ ਝੂਠਾ ਕਹਿਣ ਵਾਲਾ ਕੋਈ ਨਹੀਂ ਸੀ ਹੋਣਾ। ਅਗਲੀ ਕਹਾਣੀ। ਇੱਕ ਬਿੱਲੀ ਨੇ ਸੜਕ ਪਾਰ ਕੀਤੀ। ਬੱਚੇ ਨੇ ਕਿਹਾ, ਮੰਮੀ ਮੰਮੀ, ਮਾਊ ਬਿੱਲੀ ਲਿਆਓ। ਅਧਿਆਪਕ ਨੇ ਕਿਹਾ, ਬਿੱਲੀ ਪੂਰਬੀ ਦਿਸ਼ਾ ਤੋਂ ਪੱਛਮੀ ਦਿਸ਼ਾ ਵਿੱਚ 60 ਡਿਗਰੀ ਦੇ ਕੋਣ ਨਾਲ ਲੰਘੀ ਹੈ। ਫਿਲਾਸਫਰ ਨੇ ਕਿਹਾ, ਇਸ ਬਾਰੇ ਭਰਪੂਰ ਚਿੰਤਨ ਕਰਨ ਦੀ ਲੋੜ ਹੈ ਕਿ ਬਿੱਲੀ ਕਿਸੇ ਹੋਰ ਪਾਸੇ ਨਹੀਂ, ਉੱਧਰ ਹੀ ਕਿਉਂ ਗਈ ਹੈ। ਪੁਜਾਰੀ ਨੇ ਕਿਹਾ, ਕਿਸੇ ਦੂਜੇ ਪਾਸੇ ਜਾਣਾ ਬਿੱਲੀ ਦੇ ਭਾਗਾਂ 'ਚ ਲਿਖਿਆ ਨਹੀਂ ਸੀ। ਕਾਮਰੇਡ ਨੇ ਕਿਹਾ, ਬਿੱਲੀ ਪੂੰਜੀਵਾਦ ਦੀ ਸਾਜ਼ਿਸ਼ ਦਾ ਸ਼ਿਕਾਰ ਹੋਈ ਹੈ। ਇਹ ਬੁਰਜੂਆ ਬਿੱਲੀ ਹੈ। ਰਾਜਸੀ ਆਗੂ ਨੇ ਕਿਹਾ, ਸਾਡੀ ਪਾਰਟੀ ਦੀ ਬਿੱਲੀ ਤੇ ਦਲ ਬਦਲੀ ਦਾ ਲਾਇਆ ਜਾ ਰਿਹਾ ਇਹ ਦੋਸ਼ ਝੂਠਾ ਹੈ। ਇੱਕ ਅਫਰੀਕਨ ਨੇ ਕਿਹਾ, ਸੜਕ ਕਾਲੀ ਹੈ। ਇਹ ਕਾਲੇ ਅਫਰੀਕਾ ਦੀ ਪ੍ਰਤੀਕ ਹੈ। ਬਿੱਲੀ ਨੇ ਕਾਲੀ ਸੜਕ ਤੋਂ ਲੰਘ ਕੇ ਆਪਣੇ ਸੰਗਰਾਮ ਦਾ ਸੁਨੇਹਾ ਦਿੱਤਾ ਹੈ। ਸਾਹਿਤਕਾਰ ਨੇ ਕਿਹਾ, ਮੈਂ ਉਸ ਸੁਨਹਿਰੇ ਭਵਿੱਖ ਨੂੰ ਉਡੀਕ ਰਿਹਾ ਜਦੋਂ ਭਾਰਤ ਤੇ ਪਾਕਿਸਤਾਨ ਦੇ ਬਿੱਲੀਆਂ ਬਿੱਲੇ ਬਿਨਾਂ ਕਿਸੇ ਰੋਕ ਟੋਕ ਦੇ ਦੋਸਤੀ ਦੀ ਭਾਵਨਾ ਨਾਲ ਵਾਘੇ ਤੋਂ ਇੱਧਰ ਉੱਧਰ ਆ ਜਾ ਸਕਣਗੇ। ਵਕੀਲ ਨੇ ਕਿਹਾ, ਜਦੋਂ ਤੱਕ ਠੋਸ ਸਬੂਤ ਨਹੀਂ ਮਿਲਦਾ ਇਹ ਮੰਨਣਾ ਕਠਿਨ ਹੈ ਕਿ ਸੜਕ ਪਾਰ ਕਰਨ ਦਾ ਬਿੱਲੀ ਤੇ ਕੋਈ ਜੁਰਮ ਆਇਦ ਹੁੰਦਾ ਹੈ ਕਿ ਨਹੀਂ। ਥਾਣੇਦਾਰ ਨੇ ਕਿਹਾ, ਜਦੋਂ ਬਿੱਲੀ ਦੇ ਪਰਿਵਾਰ ਦਾ ਕੋਈ ਵਿਅਕਤੀ ਰਿਪੋਰਟ ਲਿਖਾਏਗਾ ਤਾਂ ਹੀ ਪੁਲਿਸ ਤਹਿਕੀਕਾਤ ਕਰੇਗੀ। ਪਾਕਿਸਤਾਨੀ ਨੇ ਕਿਹਾ, ਭਾਰਤੀ ਬਿੱਲੀ ਨੇ ਪਾਕਿਸਤਾਨ 'ਚ ਘੁਸਣ ਦਾ ਯਤਨ ਕੀਤਾ ਸੀ ਪਰ ਮੂੰਹ ਦੀ ਖਾਧੀ। ਇਸ ਮੁੱਠਭੇੜ 'ਚ ਪਾਕਿਸਤਾਨ ਦੇ 2 ਬਿੱਲੇ ਸ਼ਹੀਦ ਹੋਏ। ਮਨੋਵਿਗਿਆਨੀ ਨੇ ਕਿਹਾ, ਬਿੱਲੀ ਕਾਮ ਦੀ ਪ੍ਰਤੀਕ ਹੈ। ਇਹ ਕਾਮਿਕ ਅਤ੍ਰਿਪਤੀ ਕਾਰਨ ਹੀ ਕਿਸੇ ਬਿੱਲੇ ਦੀ ਭਾਲ 'ਚ ਨਿਕਲੀ ਹੋਏਗੀ। ਇਤਿਹਾਸਕਾਰ ਨੇ ਕਿਹਾ, ਸਭ ਤੋਂ ਪਹਿਲਾਂ ਬਾਬਰੀਲੀ ਨਾਂ ਦੀ ਬਿੱਲੀ ਨੇ ਸ਼ੇਰ ਸ਼ਾਹ ਸੂਰੀ ਦੇ ਜ਼ਮਾਨੇ 'ਚ ਸੜਕ ਪਾਰ ਕੀਤੀ ਸੀ। ਆਇਨਸਟਾਈਨ ਵਰਗੇ ਵਿਗਿਆਨੀ ਨੇ ਕਿਹਾ, ਬਿੱਲੀ ਨੇ ਸੜਕ ਪਾਰ ਨਹੀਂ ਕੀਤੀ ਹੋਏਗੀ, ਸਗੋਂ ਸੜਕ ਬਿੱਲੀ ਦੇ ਥੱਲੋਂ ਲੰਘੀ ਹੋਏਗੀ। ਟੋਲ ਵਾਲੇ ਨੇ ਕਿਹਾ, ਬਿੱਲੀ ਪੈਦਲ ਸੀ ਸੋ ਉਸ 'ਤੇ ਟੋਲ ਟੈਕਸ ਨਹੀਂ ਲੱਗਦਾ। ਪਾਗਲ ਨੇ ਕਿਹਾ, ਮੈਂ ਵੇਖਦਾ ਬਿੱਲੀ ਆਈ ਕਿੱਧਰੋਂ ਸੀ, ਤੁਸੀਂ ਵੇਖੋ ਗਈ ਕਿੱਧਰ ਹੈ। ਇਹ ਤਾਂ ਬਿੱਲੀ ਹੀ ਹੈ, ਅਸੀਂ ਤਾਂ ਐਵੇਂ ਸ਼ੇਰ ਦਾ ਪਤਾ ਲਾ ਲੈਂਦੇ ਹਾਂ। ਬਿੱਲੀ ਦੇ ਮਾਲਕ ਨੇ ਕਿਹਾ, ਤੁਸੀਂ ਇੱਧਰ ਕੋਈ ਬਿੱਲੀ ਤਾਂ ਨਹੀਂ ਵੇਖੀ? ਮੇਰੀ ਪਿਆਰੀ ਬਿੱਲੀ ਗਵਾਚ ਗਈ ਹੈ, ਮੈਂ ਉਹਨੂੰ ਲੱਭ ਰਿਹਾ ਹਾਂ। ਅਗਲੀ ਘਟਨਾ। ਸ਼੍ਰੀ ਰਾਮ ਕ੍ਰਿਸ਼ਨ ਨਾਲ ਜਦੋਂ ਸ਼ਾਰਦਾ ਦਾ ਵਿਆਹ ਹੋਇਆ ਤੁਹਾਨੂੰ ਪਤਾ ਲੱਗਾ ਕਿ ਉਹਦੇ ਪਤੀ ਦਾ ਤੇ ਰੱਬ ਨਾਲ ਪਹਿਲਾਂ ਹੀ ਵਿਆਹ ਹੋਇਆ ਸੀ। ਕਿੰਨੇ ਹੀ ਸਾਲ ਲੋਕ ਸ਼ਾਰਦਾ ਨੂੰ ਪਾਗਲ ਦੀ ਪਤਨੀ ਕਹਿੰਦੇ ਰਹੇ। ਰਾਮ ਕ੍ਰਿਸ਼ਨ ਨੇ ਸੰਨਿਆਸ ਲਿਆ ਹੋਇਆ ਸੀ, ਫਿਰ ਵੀ ਉਹਨਾਂ ਨੇ ਆਪਣੀ ਪਤਨੀ ਨੂੰ ਸਭ ਕੁਝ ਸਿਖਾਇਆ ਤੇ ਉਸ ਵਿੱਚ ਇੰਨੀ ਸ਼ਰਧਾ ਭਰ ਦਿੱਤੀ ਕਿ ਉਹੀ ਰਾਮ ਕ੍ਰਿਸ਼ਨ ਦੀ ਸਭ ਤੋਂ ਪਹਿਲੀ ਤੇ ਵੱਡੀ ਸ਼ਰਧਾਲਣ ਬਣੀ। ਜਦੋਂ ਸ਼ਾਰਦਾ 18 ਸਾਲਾਂ ਦੀ ਹੋਈ ਤਾਂ ਉਸ ਸਮੇਂ ਤੱਕ ਰਾਮ ਕ੍ਰਿਸ਼ਨ
ਵਿਸ਼ਵ ਮਾਤਾ ਵਜੋਂ ਉਹਦੀ ਪੂਜਾ ਕਰਨ ਲੱਗ ਪਏ ਸੀ। ਅਗਲੀ ਕਹਾਣੀ। ਭੇਡਾਂ ਚਾਰਨ ਵਾਲੀ ਇੱਕ ਇਸਤਰੀ ਨੂੰ ਇੱਕ ਬੜਾ ਕੀਮਤੀ ਹੀਰਾ ਲੱਭ ਪਿਆ। ਇੱਕ ਭੁੱਖ ਪਿਆਸ ਦਾ ਸਤਾਇਆ ਰਾਹੀ ਉੱਧਰੋਂ ਲੰਘਿਆ। ਉਹਨਾਂ ਨੇ ਰਲ ਕੇ ਰੋਟੀ ਖਾਧੀ। ਇਸਤਰੀ ਨੇ ਅੱਧੀ ਰੋਟੀ ਉਹਨੂੰ ਦੇ ਦਿੱਤੀ ਸੀ। ਰਾਹੀ ਨੇ ਹੀਰਾ ਵੇਖਿਆ, ਬੜਾ ਕੀਮਤੀ ਸੀ। ਲਾਲਚ ਆ ਗਿਆ। ਵੇਖਿਆ ਇਸਤਰੀ ਨੂੰ ਉਹਦੀ ਕੀਮਤ ਦਾ ਉੱਕਾ ਹੀ ਪਤਾ ਨਹੀਂ ਸੀ। ਉਹਨੇ ਉਹ ਹੀਰਾ ਮੰਗ ਲਿਆ। ਉਸ ਇਸਤਰੀ ਨੇ ਭੋਲੇ ਭਾਅ ਦੇ ਦਿੱਤਾ। ਦੇਣ ਵੇਲੇ ਕੋਈ ਝਿਜਕ ਨਹੀਂ ਵਿਖਾਈ। ਰਾਹੀ ਆਪਣੀ ਚੰਗੀ ਕਿਸਮਤ 'ਤੇ ਝੂਮਦਾ ਜਾ ਰਿਹਾ ਸੀ, ਕਿਉਂਕਿ ਹੀਰਾ ਇੰਨਾ ਕੀਮਤੀ ਸੀ ਕਿ ਉਹਦੀ ਸਾਰੀ ਜ਼ਿੰਦਗੀ ਆਰਾਮ ਨਾਲ ਲੰਘ ਜਾਣੀ ਸੀ। ਪਰ ਉਸ ਹੀਰੇ ਦੇ ਚੋਰੀ ਹੋ ਜਾਣ ਦੀ ਚਿੰਤਾ ਕਾਰਨ ਉਹ ਸੌਂ ਨਹੀਂ ਸੀ ਸਕਦਾ। ਉਹ ਹੀਰਾ ਵੇਚਣ ਵੀ ਨਹੀਂ ਸੀ ਜਾਂਦਾ, ਕਿਉਂਕਿ ਪੁੱਛੇ ਜਾਣ 'ਤੇ ਉਹ ਹੀਰਾ ਕਿੱਥੋਂ ਕਿਵੇਂ ਮਿਲਿਆ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ। ਸੋ ਉਹਨੂੰ ਫੜੇ ਜਾਣ ਦਾ ਡਰ ਸੀ। ਹੀਰਾ ਪ੍ਰਾਪਤ ਕਰਨ ਦੀ ਪ੍ਰਸੰਨਤਾ ਪਰੇਸ਼ਾਨੀ ਬਣ ਗਈ ਸੀ। ਉਹ ਕਈ ਦਿਨ ਮਗਰੋਂ ਉਸ ਇਸਤਰੀ ਨੂੰ ਲੱਭਦਿਆਂ ਲੱਭਦਿਆਂ ਵਾਪਸ ਆਇਆ ਅਤੇ ਕਿਹਾ, ਮੈਂ ਇਹ ਕੀਮਤੀ ਹੀਰਾ ਇਸ ਆਸ ਨਾਲ ਪਰਤਾ ਰਿਹਾ ਕਿ ਤੁਸੀਂ ਮੈਨੂੰ ਇਸ ਨਾਲੋਂ ਵੀ ਕੀਮਤੀ ਚੀਜ਼ ਦੇ ਸਕੋ। ਤੁਸੀਂ ਮੈਨੂੰ ਦਿਲ ਦੀ ਉਹ ਅਮੀਰੀ ਦਿਓ ਜਿਹਨੇ ਤੁਹਾਨੂੰ ਰਾਹ ਜਾਂਦੇ ਅਜਨਬੀ ਨੂੰ ਇੰਨਾ ਕੀਮਤੀ ਹੀਰਾ ਸੁਭਾਵਕ ਹੀ ਦੇ ਦੇਣ ਦੇ ਯੋਗ ਬਣਾਇਆ। ਧੰਨਵਾਦ।